Hello students, welcome to my channel Sureshta Gupta. Let's discuss another chapter on saying please written by A.G. Gardiner. Alpha of the Plough is the pen name of Alfred George Gardiner, an English journalist, biographer and essayist. He is a world famous personality in literature. A.G. ਗਾਰਡੀਨਰ ਦਾ ਪੈਨ ਨੇਮ ਐਲਫਾ ਆਫ ਦਾ ਪਲਾਉ ਹੈ। ਉਹ ਇੰਗਲਿਸ਼ ਜਰਨਲਿਸਟ, ਬਾਇਓਗ੍ਰਾਫਰ ਅਤੇ ਐਸੇਇਸਟ ਸਨ। ਇੰਗਲਿਸ਼ ਲਿਟਰੇਚਰ ਦੇ ਵਿੱਚ ਉਹਨਾਂ ਨੂੰ ਵਰਲਡ ਫੇਮਸ ਪਰਸਨੈਲਿਟੀ ਮੰਨਿਆ ਜਾਂਦਾ ਹੈ। ਦਿਸ ਐਸੇ ਟੈਲਸ ਅਸ ਅਬਾਊਟ ਵੈਲਿਊ ਆਫ ਗੁੱਡ ਮੈਨਰਸ। Good manners make the passage of life very smooth and comfortable, while bad manners make life miserable. Bad manners poison the stream of life. They are infectious. No doubt, bad manners are not a legal offense, but nobody likes a person with bad manners. ਹਾਂਜੀ dear students, ਇਹ ਚੈਪਟਰ ਔਨ ਸੇਇੰਗ ਪਲੀਜ਼ ਜੀਵਨ ਦੇ ਵਿੱਚ ਗੁੱਡ ਮੈਨਰਸ ਮੀਨਿੰਗ ਚੰਗੇ ਵਿਹਾਰ ਦੀ ਇੰਪੋਰਟੈਂਸ ਬਾਰੇ ਦੱਸਦਾ ਹੈ। ਜਿਹੜਾ ਚੰਗਾ ਵਿਹਾਰ ਹੈ ਉਹ ਜੀਵਨ ਨੂੰ ਬਹੁਤ ਹੀ ਸਹਿਜ ਅਤੇ ਆਰਾਮਦਾਇਕ ਬਣਾ ਦਿੰਦਾ ਹੈ, ਜਦੋਂ ਕਿ ਜਿਹੜਾ ਬੁਰਾ ਵਿਹਾਰ ਹੈ ਉਹ ਜੀਵਨ ਨੂੰ ਬਹੁਤ ਘਟੀਆ ਬਣਾ ਦਿੰਦਾ ਹੈ। ਬੁਰਾ ਵਿਹਾਰ ਸਾਡੀ ਜੀਵਨ ਧਾਰਾ ਨੂੰ ਇੱਕ ਤਰ੍ਹਾਂ ਨਾਲ ਜ਼ਹਿਰੀਲਾ ਕਰ ਦਿੰਦਾ ਹੈ ਅਤੇ ਇਹ ਛੂਤ ਦੀ ਬਿਮਾਰੀ ਦੀ ਤਰ੍ਹਾਂ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜੇ ਬੈਡ ਮੈਨਰਸ ਹੈ, ਜਿਹੜਾ ਬੁਰਾ ਵਿਹਾਰ ਹੈ, ਉਹਨੂੰ ਇੱਕ ਕਾਨੂੰਨੀ ਅਪਰਾਧ ਨਹੀਂ ਮੰਨਿਆ ਜਾਂਦਾ। ਪਰ ਇਹ ਗੱਲ ਹੈ ਕਿ ਜਿਹੜਾ ਬੈਡ ਮੈਨਰਸ ਵਾਲਾ ਵਿਅਕਤੀ ਹੈ ਉਹਨੂੰ ਕੋਈ ਵੀ ਪਸੰਦ ਨਹੀਂ ਕਰਦਾ। ਸੋ ਦਿਸ ਐਸੇ ਡੀਲਸ ਵਿਦ ਸਮਾਲ ਬਟ ਸੋਸ਼ਲੀ ਇੰਪੋਰਟੈਂਟ ਇਨਸੀਡੈਂਟਸ ਫਰੋਮ ਡੇਲੀ ਲਾਈਫ। ਇਟ ਸ਼ੋਜ਼ ਅਸ ਦ ਇੰਪੋਰਟੈਂਸ ਆਫ ਵਰਡਸ ਲਾਈਕ ਪਲੀਜ਼ ਔਰ ਥੈਂਕ ਯੂ ਇਨ ਆਵਰ ਐਵਰੀਡੇ ਲਾਈਫ. They settle bitter quarrels and soften bad tempers. The damage done by an unkind word is more painful than physical injury. ਇਹ ਐਸੀ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜਿਹੜੀਆਂ ਸਾਡੀਆਂ ਸੋਸ਼ਲੀ ਇੰਪੋਰਟੈਂਟ ਇਨਸੀਡੈਂਟਸ ਹੈ ਉਹਨਾਂ ਦੇ ਨਾਲ ਸੰਬੰਧ ਰੱਖਦਾ ਹੈ। ਇਹ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਪਲੀਜ਼ ਅਤੇ ਥੈਂਕ ਯੂ ਵਰਗੇ ਜਿਹੜੇ ਸ਼ਬਦ ਹੈ ਉਹਨਾਂ ਦੀ ਇੰਪੋਰਟੈਂਸ ਨੂੰ ਦੱਸਦਾ ਹੈ। ਪਲੀਜ਼ ਅਤੇ ਥੈਂਕ ਯੂ ਵਰਗੇ ਜਿਹੜੇ ਸ਼ਬਦ ਹੈ ਇਹ ਸਾਡੇ ਝਗੜਿਆਂ ਨੂੰ ਨਿਪਟਾ ਦਿੰਦੇ ਹੈ ਅਤੇ ਜਿਹੜਾ ਸਾਡਾ ਬੈਡ ਟੈਂਪਰ ਹੈ ਉਹਨੂੰ ਨਰਮ ਕਰ ਦਿੰਦੇ ਹੈ। ਅਤੇ ਜਿਹੜੇ ਅਨਕਾਇੰਡ ਸ਼ਬਦ ਹੈਗੇ ਆ ਉਹਨਾਂ ਦੇ ਕਹਿਣ ਦੇ ਨਾਲ ਜੋ ਸਾਨੂੰ ਦਰਦ ਹੁੰਦਾ ਹੈ ਉਹ ਫਿਜ਼ੀਕਲ ਇੰਜਰੀ ਨਾਲੋਂ ਕਈ ਗੁਣਾ ਜ਼ਿਆਦਾ ਹੁੰਦਾ ਹੈ। ਦੈਨ ਦ ਰਾਈਟਰ ਗਿਵਜ਼ ਐਨ ਐਗਜ਼ਾਮਪਲ ਆਫ ਏ ਲਿਫਟਮੈਨ। A liftman in an office threw a passenger out of the lift as the latter was impolite. He didn't use the word please while asking him to take him on the top. The author is of the opinion that discourtesy is not a legal offense if a person knocks another person down because he has been attacked. The former will be acquitted, but the liftman was in the wrong because the law does not permit anybody to use violence if another person is discourteous. ਤਾਂ ਰਾਈਟਰ ਇੱਕ ਲਿਫਟਮੈਨ ਦੀ ਉਦਾਹਰਨ ਦਿੰਦਾ ਹੈ। ਇੱਕ ਲਿਫਟਮੈਨ ਨੇ ਇੱਕ ਪੈਸੇਂਜਰ ਨੂੰ ਲਿਫਟ ਵਿੱਚੋਂ ਧੱਕਾ ਦੇ ਦਿੱਤਾ ਕਿਉਂਕਿ ਉਸ ਪੈਸੇਂਜਰ ਦਾ ਜਿਹੜਾ ਬਿਹੇਵੀਅਰ ਸੀਗਾ ਉਹ ਪੋਲਾਈਟ ਨਹੀਂ ਸੀਗਾ। ਉਹਨੇ ਲਿਫਟਮੈਨ ਨੂੰ ਜਦੋਂ ਕਿਹਾ ਕਿ ਉਹਨੂੰ ਉੱਪਰ ਲੈ ਜਾਏ ਤਾਂ ਉਹਨੇ ਪਲੀਜ਼ ਸ਼ਬਦ ਨੂੰ ਯੂਜ਼ ਨਹੀਂ ਕੀਤਾ। ਪਰ ਇਹ ਹੈ ਵੀ ਜਿਹੜਾ ਰਿਊਡ ਹੋਣਾ ਜਾਂ ਡਿਸਕੋਰਟਸੀ ਹੋਣਾ ਜਾਂ ਸਾਡਾ ਅਸੱਭਿਆ ਵਿਹਾਰ ਹੋਣਾ ਉਹ ਕੋਈ ਕਾਨੂੰਨੀ ਅਪਰਾਧ ਨਹੀਂ ਹੈ। ਜੇਕਰ ਕੋਈ ਇੱਕ ਆਦਮੀ ਦੂਸਰੇ ਆਦਮੀ ਨੂੰ ਮਾਰ ਕੇ ਥੱਲੇ ਸੁੱਟ ਵੀ ਦਿੰਦਾ ਹੈ ਅਤੇ ਉਹ ਕਾਨੂੰਨ ਦੀ ਉਲੰਘਣਾ ਵੀ ਕਰ ਦਿੰਦਾ ਹੈ ਤਾਂ ਵੀ ਕਾਨੂੰਨ ਉਸ ਨੂੰ ਬਰੀ ਕਰ ਦਿੰਦਾ ਹੈ। ਪਰ ਜਿਹੜਾ ਲਿਫਟਮੈਨ ਸੀ ਉਹ ਗਲਤ ਸੀਗਾ ਕਿਉਂਕਿ ਜਿਹੜਾ ਕਾਨੂੰਨ ਹੈ ਕਿਸੇ ਵੀ ਆਦਮੀ ਨੂੰ ਵਾਇਲੈਂਸ ਦੀ ਆਗਿਆ ਨਹੀਂ ਦਿੰਦਾ। ਅਤੇ ਭਾਵੇਂ ਉਹ ਦੂਸਰਾ ਜਿਹੜਾ ਬੰਦਾ ਹੈਗਾ ਉਹ ਕਿੰਨਾ ਵੀ ਰਿਊਡ ਕਿਉਂ ਨਾ ਹੋਵੇ, ਕਿੰਨਾ ਵੀ ਅਸੱਭਿਅਤ ਕਿਉਂ ਨਾ ਹੋਵੇ, ਉਹਨੂੰ ਤੁਸੀਂ ਉਹਦੇ 'ਤੇ ਵਾਇਲੈਂਸ ਨਹੀਂ ਕਰ ਸਕਦੇ, ਹਿੰਸਾ ਨਹੀਂ ਕਰ ਸਕਦੇ ਉਹਦੇ 'ਤੇ। The liftman was perhaps badly hurt because he considered it a blot on his social position. If he had been kicked on the shin, he could have approached the law for getting it redressed, but the pain of a wound to self-respect would last a longer period.
If a person's self-respect is wounded, he remains uneasy till he inflicts such a wound on some other person. ਲਿਫਟਮੈਨ ਨੂੰ ਸ਼ਾਇਦ ਇਸ ਗੱਲ ਦਾ ਬਹੁਤ ਹੀ ਦੁੱਖ ਹੋਇਆ ਤੇ ਉਹਨੇ ਆਪਣੀ ਪੋਜੀਸ਼ਨ ਦੇ ਉੱਤੇ ਇਸ ਗੱਲ ਨੂੰ ਇੱਕ ਧੱਬਾ ਸਮਝਿਆ ਕਿ ਉਹਦੀ ਐਡੀ ਵੱਡੀ ਪੋਜੀਸ਼ਨ ਸੀ ਤੇ ਉਹਨੂੰ ਪਲੀਜ਼ ਸ਼ਬਦ ਉਸ ਆਦਮੀ ਨੇ ਨਹੀਂ ਸੀ ਬੋਲਿਆ। ਪਰ ਜੇਕਰ ਉਹਦੀ ਲੱਤ ਤੋਂ ਥੱਲੇ ਦੀ ਹੱਡੀ ਤੇ ਉਹਦੇ ਸੱਟ ਵੱਜੀ ਹੁੰਦੀ ਤਾਂ ਕਾਨੂੰਨ ਉਸ ਦੀ ਸੁਣਵਾਈ ਕਰ ਲੈਂਦਾ। ਪਰ ਜਦੋਂ ਕਿਸੇ ਦੇ ਸੈਲਫ ਰਿਸਪੈਕਟ ਤੇ ਸੱਟ ਲੱਗਦੀ ਹੈ ਤਾਂ ਉਹਦਾ ਜਿਹੜਾ ਦਰਦ ਹੈ ਉਹ ਕਾਫੀ ਲੰਬੇ ਸਮੇਂ ਤੱਕ ਰਹਿੰਦਾ ਹੈ। ਤੇ ਜਦੋਂ ਕਿਸੇ ਆਦਮੀ ਦੇ ਸੈਲਫ ਰਿਸਪੈਕਟ ਨੂੰ ਚੋਟ ਲੱਗਦੀ ਹੈ ਨਾ ਤਾਂ ਉਹ ਇਨਸਾਨ ਉਦੋਂ ਤੱਕ ਬੇਚੈਨ ਰਹਿੰਦਾ ਹੈ ਜਦੋਂ ਤੱਕ ਉਹ ਉਹੀ ਚੋਟ ਅੱਗੇ ਕਿਸੇ ਹੋਰ ਬੰਦੇ ਨੂੰ ਨਾ ਦੇ ਦੇਵੇ। ਸੋ ਈਵਲ ਮੈਨਰਸ ਸਟਾਰਟ ਏ ਵਿਸ਼ੀਅਸ ਸਰਕਲ। ਇਨ ਸ਼ਰੇਡੀਅਨਸ play The Rivals, the father, Sir Anthony Absolute, rebukes the son, Captain Absolute. Captain Absolute goes out and scolds his personal servant Fag. Fag gets relief for his feelings by going into the servants' quarters and kicking the page boy. Similarly, it is quite possible that the employer in his turn had been insulted by his wife, who was simply trying to work off the temper which she got from the ill manners of the cook. The cook in his turn was sore because the housemaid had been rude. A bad mood and bad temper cause a widespread infection. They do more harm to the social life than the crimes recognized by the penal code. ਇਸ ਤਰ੍ਹਾਂ ਜਿਹੜਾ ਬੈਡ ਮੈਨਰਸ ਹੈਗੇ ਆ, ਈਵਲ ਮੈਨਰਸ ਹੈਗੇ ਆ ਜਿਹੜੇ, ਉਹਨਾਂ ਦੇ ਨਾਲ ਇੱਕ ਵਿਸ਼ੀਅਸ ਸਰਕਲ, ਦੁਸ਼ਟਤਾ ਦਾ ਸਰਕਲ ਚੱਲ ਪੈਂਦਾ ਹੈ। ਸ਼ਰੇਡੀਅਨ ਦਾ ਨਾਟਕ ਹੈ ਇੱਕ ਰਾਈਵਲਸ। ਉਹਦੇ ਵਿੱਚ ਇੱਕ ਫਾਦਰ ਹੈ ਸਰ ਐਂਥਨੀ ਐਬਸੋਲਿਊਟ। ਉਹ ਆਪਣੇ ਪੁੱਤਰ ਕੈਪਟਨ ਐਬਸੋਲਿਊਟ ਨੂੰ ਚੰਗਾ ਮਾੜਾ ਕਹਿੰਦਾ ਹੈ ਤੇ ਫਿਰ ਕੈਪਟਨ ਐਬਸੋਲਿਊਟ ਕੀ ਕਰਦਾ ਹੈ, ਉਹ ਆਪਣਾ ਜਿਹੜਾ ਪਰਸਨਲ ਸਰਵੈਂਟ ਹੈ ਉਹਦਾ ਫੈਗ, ਉਹਨੂੰ ਜਾ ਕੇ ਬੁਰਾ ਭਲਾ ਕਹਿੰਦਾ ਹੈ। ਤੇ ਜਿਹੜਾ ਫੈਗ ਹੈ ਫਿਰ ਉਹ ਕੁਆਟਰ ਆਪਣੇ ਸਰਵੈਂਟ ਦੇ ਕੁਆਟਰਾਂ ਦੇ ਵਿੱਚ ਜਾ ਕੇ ਇੱਕ ਛੋਟੇ ਜਿਹੇ ਮੁੰਡੇ ਨੂੰ ਕੁੱਟ ਮਾਰ ਕੇ ਆਪਣਾ ਗੁੱਸਾ ਲਾ ਲੈਂਦਾ ਹੈ। ਇਸੇ ਤਰ੍ਹਾਂ ਇਹ ਵੀ ਸੰਭਵ ਹੈਗਾ ਕਿ ਜਿਹੜਾ ਲਿਫਟਮੈਨ ਹੈ ਉਹ ਉਸ ਦਿਨ ਕਿਸੇ ਗੱਲ ਤੋਂ ਪਰੇਸ਼ਾਨ ਹੋਵੇ, ਉਹਦੇ ਮਾਲਕ ਨੇ ਉਹਦੇ ਨਾਲ ਅੱਛਾ ਵਿਹਾਰ ਨਾ ਕੀਤਾ ਹੋਵੇ। ਤੇ ਇਹ ਵੀ ਸੰਭਵ ਹੈ ਕਿ ਜਿਹੜਾ ਉਹਦਾ ਮਾਲਕ ਹੈ ਉਹਨੂੰ ਉਹਦੀ ਪਤਨੀ ਨੇ ਤੰਗ ਕੀਤਾ ਹੋਵੇ ਤੇ ਉਹਦੀ ਜਿਹੜੀ ਪਤਨੀ ਸੀ ਉਹ ਕੁੱਕ ਦੇ ਮਾੜੇ ਵਿਹਾਰ ਤੋਂ ਤੰਗ ਆ ਗਈ ਹੋਵੇ ਤੇ ਜਿਹੜਾ ਕੁੱਕ ਸੀਗਾ, ਕੁੱਕ ਦੇ ਨਾਲ ਘਰ ਦੀ ਨੌਕਰਾਨੀ ਨੇ ਅੱਛਾ ਵਿਹਾਰ ਨਾ ਕੀਤਾ ਹੋਵੇ। ਤੇ ਇਸ ਤਰ੍ਹਾਂ ਜਿਹੜਾ ਬੁਰਾ ਸੁਭਾਅ ਤੇ ਜਾਂ ਆਪਾਂ ਕਹਿ ਦਈਏ ਵੀ ਮਾੜੀ ਆਦਤ ਹੈ ਜਿਹੜੀ, ਉਹ ਇੱਕ ਛੂਤ ਦੀ ਬਿਮਾਰੀ ਦੀ ਤਰ੍ਹਾਂ ਹੈ ਜਿਹੜੀ ਅੱਗੇ ਅੱਗੇ ਫੈਲਦੀ ਜਾਂਦੀ ਹੈ। ਇੱਕ ਬੰਦਾ ਜਦੋਂ ਪ੍ਰੋਬਲਮ ਦੇ ਵਿੱਚ ਹੁੰਦਾ ਹੈ ਤਾਂ ਉਹ ਆਪਣਾ ਗੁੱਸਾ ਕਿਸੇ ਹੋਰ ਤੇ ਉਤਾਰ ਦਿੰਦਾ ਹੈ। ਕੀ ਵੇਖਦੇ ਹਾਂ ਕਿ ਜਿਹੜੇ ਈਵਲ ਮੈਨਰਸ ਹੈ ਉਹ ਸਾਡੀ ਸੋਸ਼ਲ ਲਾਈਫ ਨੂੰ ਇੰਨਾ ਜ਼ਿਆਦਾ ਨੁਕਸਾਨ ਪਹੁੰਚਾ ਦਿੰਦੇ ਹੈ ਜਿੰਨਾ ਕਿ ਸ਼ਾਇਦ ਅਪਰਾਧ ਕਰਨ ਦੇ ਨਾਲ ਵੀ ਨਾ ਹੋਵੇ। Civility oils the machine of life, makes things easier and keeps human beings in good relationships. It's not a social but a moral obligation. The writer pays a rich tribute to a bus conductor. With his good behavior, he spreads joy around him. A polite word to an impolite person is a sweeter way of revenge than the revenge of throwing stones at him who throws a stone at you. Civility ਅਰਥਾਤ ਸਦਾਚਾਰ ਜ਼ਿੰਦਗੀ ਦੀ ਮਸ਼ੀਨ ਨੂੰ ਤੇਲ ਦਿੰਦਾ ਹੈ, ਚੀਜ਼ਾਂ ਨੂੰ ਆਸਾਨ ਬਣਾਉਂਦਾ ਹੈ ਤੇ ਜੋ ਹਿਊਮਨ ਬੀਇੰਗਸ ਦੇ ਰਿਲੇਸ਼ਨਸ਼ਿਪ ਹੈ ਉਹਨਾਂ ਨੂੰ ਬਹੁਤ ਵਧੀਆ ਬਣਾ ਦਿੰਦਾ ਹੈ। ਇਹ ਸਮਾਜਿਕ ਨਹੀਂ ਸਗੋਂ ਇੱਕ ਨੈਤਿਕ ਜ਼ਿੰਮੇਵਾਰੀ ਹੈ। ਫਿਰ ਰਾਈਟਰ ਇੱਕ ਬੱਸ ਕੰਡਕਟਰ ਨੂੰ ਰਿਚ ਟ੍ਰਿਬਿਊਟ ਦਿੰਦਾ ਹੈ ਜਿਨੇ ਆਪਣੇ ਬਿਹੇਵੀਅਰ ਦੇ ਨਾਲ ਹਰ ਪਾਸੇ ਖੁਸ਼ੀਆਂ ਦਿੱਤੀਆਂ ਹੋਈਆਂ ਲੋਕਾਂ ਨੂੰ। ਬਦਲਾ ਲੈਣ ਦੇ ਲਈ ਇੱਟ ਦਾ ਜਵਾਬ ਪੱਥਰ ਨਾਲ ਦੇਣ ਦੀ ਬਜਾਏ ਅਗਰ ਇੱਕ ਮਾੜੇ ਬੰਦੇ ਦੇ ਨਾਲ ਜਿਹੜਾ ਬਿਹੇਵੀਅਰ ਹੈ ਉਹ ਨਿਮਰਤਾ ਵਾਲੇ ਸ਼ਬਦਾਂ ਦੇ ਨਾਲ ਕੀਤਾ ਜਾਵੇ ਤਾਂ ਇਹ ਬਹੁਤ ਹੀ ਵਧੀਆ ਢੰਗ ਹੈ ਉਹਦੇ ਤੋਂ ਬਦਲਾ ਲੈਣ ਦਾ। Although the law does not compel us to be polite, yet social practice requires us to be civil. Words like please and thank you do keep the machine of life in good working order.
they teach us cooperation and we can get better work by the use of these words. ਭਾਵੇਂ ਕਾਨੂੰਨ ਸਾਨੂੰ ਮਜਬੂਰ ਨਹੀਂ ਕਰ ਸਕਦਾ ਕਿ ਅਸੀਂ ਪੋਲਾਈਟ ਹੋਈਏ, ਪਰ ਫਿਰ ਵੀ ਜਿਹੜਾ ਸਾਡਾ ਸਮਾਜਿਕ ਵਿਹਾਰ ਹੈ ਉਹ ਇਹ ਚਾਹੁੰਦਾ ਕਿ ਅਸੀਂ ਸੱਭਿਅਤ ਹੋਈਏ। ਤੇ ਪਲੀਜ਼ ਤੇ ਥੈਂਕ ਯੂ ਵਰਗੇ ਜਿਹੜੇ ਸ਼ਬਦ ਹੈਗੇ ਆ ਇਹ ਸਾਡੀ ਜ਼ਿੰਦਗੀ ਰੂਪੀ ਮਸ਼ੀਨ ਨੂੰ ਵਧੀਆ ਹਾਲਤ ਦੇ ਵਿੱਚ ਰੱਖਦੇ ਆ, ਇਹ ਸਾਨੂੰ ਕੋਆਪਰੇਸ਼ਨ ਸਿਖਾਉਂਦੇ ਆ ਤੇ ਅਸੀਂ ਇਹਨਾਂ ਸ਼ਬਦਾਂ ਦਾ ਯੂਜ਼ ਕਰਕੇ ਕੋਈ ਵੀ ਅਸੀਂ ਅੱਛਾ ਕੰਮ ਕਰਵਾ ਸਕਦੇ ਹਾਂ। The author once boarded a bus. He found that he had no money in his pocket. He was in a fix what to do. He was expecting that the conductor would call his statement an old trick. But when he told the conductor that he had forgotten to bring money with him, he accepted his explanation and gave him the ticket up to his destination. When the author asked him where he should send him the fare, his simple reply was, "Oh, you'll see me someday, all right." Luckily, the author found a shilling in one of the corners of his pockets and he settled the account. ਇੱਕ ਵਾਰ ਰਾਈਟਰ ਇੱਕ ਬੱਸ ਦੇ ਵਿੱਚ ਚੜ੍ਹ ਗਿਆ ਤਾਂ ਉਹਨੇ ਕੀ ਦੇਖਿਆ ਕਿ ਉਹਦੀ ਜੇਬ ਦੇ ਵਿੱਚ ਕੋਈ ਪੈਸਾ ਨਹੀਂ ਸੀ। ਉਹ ਹੁਣ ਇਸ ਦੁਚਿੱਤੀ ਦੇ ਵਿੱਚ ਸੀ ਕਿ ਉਹ ਕਰੇ ਤਾਂ ਕੀ ਕਰੇ। ਉਹ ਮਹਿਸੂਸ ਕਰੀ ਜਾ ਰਿਹਾ ਸੀ ਕਿ ਬੱਸ ਕੰਡਕਟਰ ਉਹਦੀ ਇਸ ਗੱਲ ਨੂੰ ਕਹੂਗਾ ਵੀ ਇਹ ਤਾਂ ਇੱਕ ਪੁਰਾਣਾ ਬਹਾਨਾ ਹੈ, ਪਰ ਜਦੋਂ ਉਹਨੇ ਬੱਸ ਕੰਡਕਟਰ ਨੂੰ ਦੱਸਿਆ ਕਿ ਉਹ ਘਰੋਂ ਪੈਸੇ ਲਿਆਉਣੇ ਭੁੱਲ ਗਿਆ ਤਾਂ ਕੰਡਕਟਰ ਨੇ ਉਹਦੀ ਗੱਲ 'ਤੇ ਵਿਸ਼ਵਾਸ ਕਰ ਲਿਆ ਤੇ ਜਿੱਥੇ ਰਾਈਟਰ ਨੇ ਜਾਣਾ ਸੀਗਾ ਉਹਦੀ ਡੈਸਟੀਨੇਸ਼ਨ ਤੱਕ ਦੀ, ਉਹਦੀ ਮੰਜ਼ਿਲ ਤੱਕ ਦੀ ਉਹਨੂੰ ਟਿਕਟ ਦੇ ਦਿੱਤੀ। ਤੇ ਰਾਈਟਰ ਨੇ ਜਦੋਂ ਉਹਨੂੰ ਪੁੱਛਿਆ ਕਿ ਉਹ ਇਹ ਜਿਹੜਾ ਕਿਰਾਇਆ ਹੈਗਾ ਉਹ ਕਿੱਥੇ ਪਹੁੰਚਾਏ ਤਾਂ ਉਹਨੇ ਬੜਾ ਸਧਾਰਨ ਜਿਹਾ ਜਵਾਬ ਦਿੱਤਾ, ਤੁਸੀਂ ਮੈਨੂੰ ਕਿਸੇ ਦਿਨ ਵੀ ਦੇ ਦਿਓ। ਚੰਗੀ ਕਿਸਮਤ ਨਾਲ ਲੇਖਕ ਨੇ ਜਦੋਂ ਆਪਣੀ ਜੇਬ ਦੇ ਵਿੱਚ ਹੱਥ ਮਾਰਿਆ ਤਾਂ ਜੇਬ ਦੇ ਇੱਕ ਕੋਨੇ ਦੇ ਵਿੱਚ ਉਹਨੂੰ ਇੱਕ ਸ਼ਿਲਿੰਗ ਦਾ ਸਿੱਕਾ ਮਿਲ ਗਿਆ ਤੇ ਉਹਨੇ ਆਪਣਾ ਹਿਸਾਬ ਚੁਕਾ ਦਿੱਤਾ। If we are uncivil, others also become uncivil. If we show good manners, others will also behave well. A cheerful person can make the gloomiest person cheerful. It's a sound investment to possess good manners. If Wordsworth could get a lesson from the poor leech gatherer, there is no harm in getting lessons from a person like this bus conductor who has good manners and a cheerful attitude. ਬਈ ਜੇ ਅਸੀਂ ਅਨਸਿਵਲਾਈਜ਼ਡ ਹੋ ਜਾਂਦੇ ਹਾਂ, ਅਸੱਭਿਅਤ ਹੋ ਜਾਂਦੇ ਹਾਂ ਤਾਂ ਦੂਜੇ ਵੀ ਅਸੱਭਿਅਤ ਹੋ ਜਾਂਦੇ ਆ ਤੇ ਜੇ ਅਸੀਂ ਵਧੀਆ ਬਿਹੇਵੀਅਰ ਕਰਦੇ ਹਾਂ ਤਾਂ ਦੂਸਰੇ ਵੀ ਸਾਡੇ ਨਾਲ ਬਹੁਤ ਵਧੀਆ ਬਿਹੇਵੀਅਰ ਕਰਦੇ ਆ। ਇੱਕ ਹਸਮੁਖ ਬੰਦਾ ਜਿਹੜਾ ਉਹ ਇੱਕ ਉਦਾਸ ਤੋਂ ਉਦਾਸ ਬੰਦੇ ਨੂੰ ਵੀ ਖੁਸ਼ ਕਰ ਜਾਂਦਾ ਹੈ। ਗੁੱਡ ਮੈਨਰਸ ਦਾ ਹੋਣਾ ਇੱਕ ਬਹੁਤ ਵੱਡੀ ਇਨਵੈਸਟਮੈਂਟ ਹੈ। ਜੇਕਰ ਵਰਡਸਵਰਥ ਵਰਗੇ ਜਿਹੜੇ ਪੋਇਟ ਹੈਗੇ ਆ ਉਹ ਇੱਕ ਗਰੀਬ ਜੋਕਾਂ ਇਕੱਠੀਆਂ ਕਰਨ ਵਾਲੇ ਵਿਅਕਤੀ ਤੋਂ ਲੈਸਨ ਸਿੱਖ ਸਕਦਾ ਹੈ ਤਾਂ ਉਸ ਚੰਗੇ ਇਨਸਾਨ ਤੋਂ ਜਿਹੜਾ ਕਿ ਬਹੁਤ ਵਧੀਆ ਜਿਹਦਾ ਬਿਹੇਵੀਅਰ ਹੈ ਤੇ ਖੁਸ਼ੀ ਭਰਿਆ ਮਾਹੌਲ ਜਿਹੜਾ ਬੰਦਾ ਬਣਾ ਕੇ ਰੱਖਦਾ ਹੈ, ਇਹੋ ਜਿਹੇ ਬੱਸ ਕੰਡਕਟਰ ਤੋਂ ਲੈਸਨ ਲੈਣ ਦੇ ਵਿੱਚ ਸਾਡੇ ਵਾਸਤੇ ਵੀ ਕੋਈ ਬੁਰਾਈ ਨਹੀਂ ਹੈ। War has affected civilities of life, but they must be got back to make life sweet, kindly, and tolerable for each other. The law can't help us to get them back, but it can only protect us against physical attack. We should be polite towards others so as to have a spiritual victory. If the liftman had treated the passenger in a civil manner, he would have attained a spiritual victory over him. ਯੁੱਧ ਨੇ ਜੀਵਨ ਦੇ ਵਿੱਚ ਸਿਵਿਲਿਟੀ ਅਰਥਾਤ ਸ਼ਿਸ਼ਟਾਚਾਰ ਨੂੰ ਪ੍ਰਭਾਵਿਤ ਕੀਤਾ ਹੈ। ਜੀਵਨ ਨੂੰ ਸੁਖਦ, ਨਿਮਰਤਾ ਵਾਲਾ ਤੇ ਸਹਿਨਸ਼ੀਲ ਬਣਾਉਣ ਦੇ ਲਈ ਸਿਵਿਲਿਟੀ ਦਾ ਸਾਡੀ ਲਾਈਫ ਦੇ ਵਿੱਚ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਸ਼ਿਸ਼ਟਾਚਾਰ ਦਾ ਸਾਡੀ ਜ਼ਿੰਦਗੀ ਦੇ ਵਿੱਚ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਹੜਾ ਕਾਨੂੰਨ ਹੈ ਉਹ ਸਾਡੀ ਜ਼ਿੰਦਗੀ ਦੇ ਵਿੱਚ ਸਿਵਿਲਿਟੀ ਲਿਆਉਣ ਦੇ ਵਿੱਚ ਕੋਈ ਮਦਦ ਨਹੀਂ ਕਰਦਾ, ਉਹ ਤਾਂ ਸਿਰਫ ਸਰੀਰਕ ਹਮਲੇ ਦੇ ਵਿਰੁੱਧ ਸਾਡੀ ਰੱਖਿਆ ਕਰ ਸਕਦਾ ਹੈ। ਸਪਿਰਿਚੁਅਲ ਵਿਕਟਰੀ ਦੇ ਲਈ ਸਾਨੂੰ ਦੂਜਿਆਂ ਦੇ ਪ੍ਰਤੀ ਨਿਮਰਤਾ ਵਾਲਾ ਹੋਣਾ ਚਾਹੀਦਾ ਹੈ। ਜੇਕਰ ਲਿਫਟਮੈਨ ਨੇ ਉਸ ਪੈਸੇਂਜਰ ਦੇ ਨਾਲ ਸਿਵਲ ਮੈਨਰ ਦੇ ਵਿੱਚ ਬਿਹੇਵ ਕੀਤਾ ਹੁੰਦਾ ਤਾਂ ਇਹ ਉਸ ਦੀ ਸਪਿਰਿਚੁਅਲ ਵਿਕਟਰੀ ਹੋਣੀ ਸੀ ਤੇ ਇਹ ਪ੍ਰੋਬਲਮ
ਨਹੀਂ ਹੋਣੀ ਸੀ। ਹਾਂਜੀ ਡੀਅਰ ਸਟੂਡੈਂਟਸ, ਏ.ਜੀ. ਗਾਰਡੀਨਰ ਨੇ ਆਪਾਂ ਨੂੰ ਇਸ ਚੈਪਟਰ ਵਿੱਚ ਇਹੀ ਦੱਸਿਆ ਕਿ ਪਲੀਜ਼ ਤੇ ਥੈਂਕ ਯੂ ਵਰਗੇ ਜਿਹੜੇ ਨਿਮਰਤਾ ਵਾਲੇ ਸ਼ਬਦ ਹੈ ਉਹ ਸਾਨੂੰ ਦੋਸਤ ਬਣਾਉਣ ਦੇ ਵਿੱਚ ਸਾਡੀ ਮਦਦ ਕਰਦੇ ਹੈ ਅਤੇ ਸਾਡੀ ਜ਼ਿੰਦਗੀ ਨੂੰ ਸੁਖਾਲਾ ਬਣਾਉਂਦੇ ਹੈ। ਮੈਨੂੰ ਉਮੀਦ ਹੈ ਇਹ ਪੂਰੀ ਵੀਡੀਓ, ਪੂਰਾ ਚੈਪਟਰ ਤੁਹਾਨੂੰ ਅੱਛੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਅਤੇ ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਮੇਰੇ ਇਸ ਚੈਨਲ ਨੂੰ, ਸੁਰੇਸ਼ਟਾ ਗੁਪਤਾ ਦੇ ਨਾਮ 'ਤੇ ਚੈਨਲ ਹੈ, ਇਸ ਨੂੰ ਸਬਸਕ੍ਰਾਈਬ ਕਰੋ ਅਤੇ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਇਸ ਚੈਨਲ ਬਾਰੇ ਦੱਸੋ ਤਾਂ ਕਿ ਉਹ ਇਹ ਵੀਡੀਓਜ਼ ਦਾ ਫਾਇਦਾ ਉਠਾ ਸਕਣ। ਅਗਲੀ ਵੀਡੀਓਜ਼ ਦੇ ਵਿੱਚ ਆਪਾਂ ਇਸ ਚੈਪਟਰ ਦੇ ਕੁਐਸਚਨ ਆਨਸਰ ਡਿਸਕਸ ਕਰਾਂਗੇ। ਹੈਵ ਅ ਗ੍ਰੇਟ ਡੇ। ਥੈਂਕ ਯੂ।